ਕਲੇਸਿਆਂ ਨੂੰ, ਪ੍ਰਭੂ ਦੇ ਦਾਸਾਂ ਨੂੰ ਔਰ ਦਾਸੀ ਨੂੰ ਜੈ ਮਸੀਹ ਦੀ, ਔਰ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀਆਂ, ਵੱਡੇ ਦਿਨ ਦੀਆਂ, ਪ੍ਰਭੂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਪਹਿਲਾਂ ਵੀ ਮੈਂ ਤੁਹਾਡੇ ਨਾਲ ਆਪਣੀ ਅਗਵਾਈ ਸ਼ੇਅਰ ਕੀਤੀ ਹੋਈ ਆ। ਬਹੁਤੇ ਜਾਣਦੇ, ਬਹੁਤ ਨਵੇਂ ਵੀ ਆਏ ਆ, ਉਹਨਾਂ ਨਾਲ ਵੀ ਪ੍ਰਭੂ ਦੇ ਕੰਮਾਂ ਨੂੰ ਸ਼ੇਅਰ ਕਰਨਾ ਚਾਹੀਦਾ ਆ। ਹਾਲੇਲੂਇਆ। ਅਤੇ ਇਸ ਗਵਾਹੀ ਬਾਰੇ ਤਕਰੀਬਨ ਕੁਝ ਕੁ ਜਾਣਦੇ ਆ ਮੇਰੀ ਗਵਾਹੀ ਬਾਰੇ, ਅਤੇ ਸ਼ਾਇਦ ਕੁਝ ਨਹੀਂ ਜਾਣਦੇ। ਅਤੇ ਮੈਂ ਜਦੋਂ ਗਵਾਹੀ ਤਾਂ ਮੇਰੀ ਉਹ ਜਿੱਦਾਂ ਹੁਣ ਇਸੇ ਟਾਈਮ ਚਰਚ ਦੇ ਵਿੱਚ ਇੱਕ ਹੋਰ ਗਵਾਹੀ ਬਣੀ, ਪਹਿਲਾਂ ਮੈਂ ਉਹ ਸ਼ੇਅਰ ਕਰਨਾ ਚਾਹੁੰਦਾ ਹਾਂ। ਜਿੱਦਾਂ ਵਰਸ਼ਿਪ ਤੋਂ ਬਾਅਦ ਜਦੋਂ ਬ੍ਰਦਰ ਸੁਖਵਿੰਦਰ ਪ੍ਰੇਅਰ ਕਰ ਰਹੇ ਸੀ, ਗਵਾਹੀਆਂ ਲਈ ਪ੍ਰੇਅਰ ਕਰ ਰਹੇ ਸੀ, ਅਤੇ ਮੈਂ ਅੱਖਾਂ ਬੰਦ ਕੇ ਪ੍ਰੇਅਰ ਕਰ ਰਿਹਾ ਸੀ। ਅਤੇ ਜਿੱਦਾਂ ਪਾਸਟਰ ਜੀ, ਮੈਂ ਸੋਚਦਾ ਹੁੰਦਾ ਕਿ ਪ੍ਰਭੂ ਪਾਸਟਰਾਂ ਨਾਲ ਕਿਵੇਂ ਗੱਲ ਕਰਦਾ। ਜਦੋਂ ਨਾ ਕੋਈ ਭਵਿੱਖਬਾਣੀ ਦੀ ਹੁੰਦੀ ਸੀ, ਜਿੱਦਾਂ ਪ੍ਰਭੂ ਦੇ ਦਾਸ ਕਹਿੰਦੇ ਵੀ ਪ੍ਰਭੂ ਨੇ ਹੁਣੇ ਮੇਰੇ ਨਾਲ ਗੱਲ ਕੀਤੀ। ਅਤੇ ਇਸੇ ਤਰ੍ਹਾਂ ਜਦੋਂ ਪ੍ਰਾਰਥਨਾ ਚੱਲ ਰਹੀ ਸੀ, ਇਹ ਐਸੇ ਟਾਈਮ ਦੀ ਗਵਾਹੀ ਦੇ ਰਿਹਾ, ਜਦੋਂ ਪ੍ਰਾਰਥਨਾ ਚੱਲ ਰਹੀ ਸੀ ਅਜੇ ਗਵਾਹੀਆਂ ਦੀ, ਅਤੇ ਮੇਰੇ ਮਨ ਦੇ ਅੰਦਰ ਵੀ ਆ ਵੀ ਅੱਜ ਤੂੰ ਵੀ ਗਵਾਹੀ ਦੇਣੀ ਆ। ਹਾਲੇਲੂਇਆ, ਹਾਲੇਲੂਇਆ। ਅਤੇ ਹਜੇ ਪ੍ਰੇਅਰ ਚੱਲ ਰਹੀ ਸੀ, ਬ੍ਰਦਰ ਕੁਲਦੀਪ ਨੇ ਮੈਨੂੰ ਹੱਥ ਮਾਰਿਆ ਕਿ ਪਾਸਟਰ ਜੀ ਕਹਿੰਦੇ ਤੁਸੀਂ ਗਵਾਹੀ ਦੇਣੀ ਆ ਆਪਣੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਤੇ ਮੈਂ ਵੀ ਕਹਿ ਸਕਦਾ ਕਿ ਪ੍ਰਭੂ ਨੇ ਅੱਜ ਮੇਰੇ ਨਾਲ ਵੀ ਗੱਲ ਕੀਤੀ। ਹਾਲੇਲੂਇਆ, ਹਾਲੇਲੂਇਆ। ਅਤੇ ਮੇਰੀ ਗਵਾਹੀ ਜਿੱਦਾਂ ਪਹਿਲਾਂ ਵੀ ਸ਼ੇਅਰ ਕੀਤਾ ਸੀ ਕਿ ਮੈਂ ਜਦੋਂ ਤੋਂ ਇਟਲੀ ਦੇ ਵਿੱਚ ਆਇਆ ਸੀ, ਮੈਂ ਇਲੀਗਲ ਰਹਿੰਦਾ ਸੀ। ਅਤੇ ਮੈਂ ਜਦੋਂ ਪੇਪਰ ਮੇਰੇ ਆਉਂਦੇ ਤੇ ਆਇਆ ਪੇਪਰਾਂ 'ਤੇ ਸੀ, ਪਰ ਪੇਪਰ ਨਹੀਂ ਸੀ ਬਣ ਸਕੇ। ਬਹੁਤ ਕੋਸ਼ਿਸ਼ ਕੀਤੀ, ਪੇਪਰ ਬਣਨੋਂ ਰਹਿ ਗਿਆ ਸੀਗੇ। ਅਤੇ ਇੱਦਾਂ ਇਲੀਗਲ ਨਾਪੋਲੀ ਦੇ ਵਿੱਚ ਮੈਂ ਕੰਮ ਕਰਦਾ ਸੀਗਾ, 2 ਸਾਲ ਲਗਾਤਾਰ ਉੱਥੇ ਕੰਮ ਕਰਦੇ ਨੇ। ਇੱਕੋ ਮਾਲਕ 'ਤੇ ਕੰਮ ਕਰਦੇ ਨੇ। ਉੱਥੇ ਇੱਕ ਮੇਰੇ ਤੋਂ ਕਾਪੋ ਸੀਗਾ, ਜਿਹਦੇ ਨਾਲ ਮੈਂ 2 ਹੀ ਜਣੇ ਸੀ ਸਿਰਫ ਉੱਥੇ ਕੰਮ ਕਰਦੇ। ਅਤੇ ਜਦੋਂ ਕੰਮ ਕਰਦੇ ਸੀ ਤਾਂ ਉਹਨਾਂ ਨੇ ਮੈਨੂੰ ਇੱਦਾਂ ਹੀ ਲਾਰੇ ਦੇ ਵਿੱਚ ਰੱਖਿਆ ਕਿ ਤੂੰ ਕੰਮ ਇੱਥੇ ਕਰੀ ਚੱਲ, ਤੁਹਾਡੇ ਪੇਪਰ ਭਰਾ ਦਾਂਗੇ, ਅਤੇ ਜਦੋਂ ਇਮੀਗ੍ਰੇਸ਼ਨ ਖੁੱਲ੍ਹੂਗੀ ਤੁਹਾਡੇ ਪੇਪਰ ਭਰਾ ਦਾਂਗੇ। ਇੱਦਾਂ ਹੀ ਮੈਂ ਕੰਮ ਦੇ ਵਿੱਚ ਟਿਕਿਆ ਰਿਹਾ ਉੱਥੇ। ਮੈਂ ਇੱਕ ਡਿਪਰੈਸ਼ਨ ਜਿਹਾ ਦੇ ਵਿੱਚ ਰਹਿੰਦਾ ਸੀ, ਨਾ ਕਦੀ ਮੈਂ ਘਰੇ ਫੋਨ ਕਰਨਾ, ਮੈਂ ਮਹੀਨੇ ਬਾਅਦ ਕਿਤੇ ਫੋਨ ਕਰ ਲੈਣਾ ਕਰੇ, ਜਾਂ ਕਿਸੇ ਨਾਲ ਗੱਲਬਾਤ ਕਰ ਲੈਣੀ। ਇੱਦਾਂ ਹੀ ਮੈਂ ਡਿਪਰੈਸ਼ਨ ਜਿਹਾ 'ਤੇ ਰਹਿੰਦਾ ਸੀ, ਕਿਸੇ ਨੂੰ ਨਾ ਦੱਸਣ ਜੋਗਾ, ਨਾ ਮੈਂ ਇੱਦਾਂ ਬਹੁਤ ਤੰਗੀ ਕੱਟ ਰਿਹਾ ਸੀ ਉੱਥੇ। ਜਿੱਦਾਂ ਸਵੇਰ ਨੂੰ 3 ਵਜੇ ਉੱਠ ਜਾਣਾ, ਸਾਰਾ ਦਿਨ ਕੰਮ ਕਰੀ ਜਾਣਾ, 12 ਵਜੇ ਤੱਕ ਕੰਮ ਕਰਨਾ, ਉੱਤੋਂ ਬਾਅਦ ਰੋਟੀ ਪਾਣੀ ਖਾ ਕੇ 2 ਵਜੇ ਫਿਰ ਕੰਮ 'ਤੇ ਲੱਗ ਜਾਣਾ। ਇਸੇ ਬਸ ਡਿਪਰੈਸ਼ਨ ਦੇ ਵਿੱਚ ਨਾ ਮੇਰੀ ਨੀਂਦ ਪੂਰੀ ਹੁੰਦੀ ਸੀ, ਇੱਦਾਂ ਹੀ ਬਹੁਤ ਬੇਆਰਾਮੀ ਦੇ ਵਿੱਚ ਰਹਿ ਰਿਹਾ ਸੀ। ਅਤੇ ਜਦੋਂ 2020 ਦੇ ਵਿੱਚ ਇਮੀਗ੍ਰੇਸ਼ਨ ਖੁੱਲ੍ਹੀ ਅਤੇ ਮੈਂ ਗੱਲ ਕੀਤੀ, ਜਿਹੜਾ ਆਪਣੇ ਨਾਲ ਕਾਪੋ ਸੀਗਾ, ਉਹਨਾਂ ਗੱਲ ਕੀਤੀ ਵੀ ਮਾਲਕਾਂ ਨੂੰ ਕਹੇ ਹੁਣ ਪੇਪਰ ਭਰਾ ਦਿਓ। ਅਤੇ ਉਹ ਕਹਿੰਦਾ ਕੋਈ ਨਹੀਂ, ਮੈਂ ਗੱਲ ਕਰਦਾ, ਭਰਾ ਦਿੰਦਾ ਆ। ਅਤੇ ਜਦੋਂ ਉਹਨਾਂ ਨਾਲ ਗੱਲ ਕੀਤੀ ਅਤੇ ਤਕਰੀਬਨ ਉਹਨੇ ਪਤਾ ਨਹੀਂ ਗੱਲ ਕੀਤੀ ਜਾਂ ਨਹੀਂ, ਮੈਨੂੰ ਕਹਿੰਦਾ ਤੇਰੇ ਪੇਪਰ ਭਰਾ ਦਿੱਤੇ ਆ। ਮੇਰੇ ਤੋਂ ਪਾਸਪੋਰਟ ਦੀ ਫੋਟੋ ਕਾਪੀ ਲੈ ਲਈ ਸੀ, ਮੈਨੂੰ ਕਹਿੰਦਾ ਤੇਰੇ ਪੇਪਰ ਭਰਾ ਦਿੱਤੇ ਆ। ਮੈਂ ਇੱਦਾਂ ਹੀ, ਮੈਨੂੰ ਕੋਈ ਪ੍ਰੂਫ ਨਹੀਂ ਉਹਨੇ ਦਿੱਤਾ, ਅਤੇ ਇੱਦਾਂ ਹੀ ਮੈਨੂੰ ਕਹਿੰਦੇ ਤੇਰੇ ਪੇਪਰ ਭਰਾ ਦਿੱਤੇ ਆ। ਅਤੇ ਜਦੋਂ ਮੈਂ ਤਾਂ ਬੈਠਾ ਰਿਹਾ, ਮੈਨੂੰ ਇੱਦਾਂ ਅਚਾਨਕ 2 ਦਿਨ ਰਹਿ ਗਏ ਸੀ ਇਮੀਗ੍ਰੇਸ਼ਨ, ਜਿੱਦਾਂ 15 ਅਗਸਤ ਦੀ ਲਾਸਟ ਡੇਟ ਸੀਗੀ, ਅਤੇ ਉਸ ਤੋਂ ਬਾਅਦ ਪੇਪਰ ਨਹੀਂ ਸੀ ਭਰੇ ਜਾਣੇ। ਅਤੇ ਮੈਂ ਇੱਦਾਂ ਅਚਾਨਕ ਕਿਸੇ ਨਾਲ ਗੱਲ ਕਰਦਾ ਪਿਆ ਸੀ, ਉਹ ਕਹਿੰਦੇ ਕਿੱਦਾਂ ਪੇਪਰ ਭਰਾ ਦਿੱਤੇ? ਮੈਂ ਕਿਹਾ ਹਾਂਜੀ ਭਰਾ ਦਿੱਤੇ। ਕਹਿੰਦੇ ਕੋਈ ਪ੍ਰੂਫ ਮਿਲਿਆ ਤੈਨੂੰ ਮਾਲਕਾਂ ਕੋਲੋਂ ਪੇਪਰ ਭਰਿਆਂ ਦਾ? ਮੈਂ ਕਿਹਾ ਨਹੀਂ, ਪ੍ਰੂਫ ਤਾਂ ਨਹੀਂ ਦਿੱਤਾ। ਉਹ ਕਹਿੰਦੇ ਤੁਸੀਂ ਪ੍ਰੂਫ ਮੰਗੋ ਮਾਲਕਾਂ ਕੋਲੋਂ। ਅਤੇ ਮੈਨੂੰ ਬੋਲੀ ਵੀ ਨਹੀਂ ਸੀ ਆਉਂਦੀ, ਅਤੇ ਮੈਂ ਆਪਣੇ ਜਿਹੜਾ ਕਾਪੋ ਸੀ ਉਹਨੂੰ ਮੈਂ ਕਿਹਾ ਬਈ ਪੇਪਰ ਭਰੇ ਜਾਂ ਨਹੀਂ? ਉਹ ਕਹਿੰਦਾ ਭਰਤੇ। ਮੈਂ ਕਿਹਾ ਕੋਈ ਪ੍ਰੂਫ? ਕਹਿੰਦਾ ਮੇਰੇ ਕੋਲ ਹੈਗਾ। ਉਹਨੇ ਦੱਸਿਆ ਨਹੀਂ ਵੀ ਭਰੇ ਨਹੀਂ ਹੈਗੇ। ਅਤੇ ਜਦੋਂ ਮੇਰੇ ਕੋਲ ਅਚਾਨਕ ਕਿਤੇ ਇੱਕ ਵਾਰੀ ਮੇਰੇ ਕੋਲ ਮਾਲਕਾਂ ਦਾ ਨੰਬਰ ਕੁਦਰਤੀ ਸੀਗਾ ਮੇਰੇ ਕੋਲ, ਮੇਰੇ ਫ਼ੋਨ ਤੋਂ ਮੇਰੇ ਕਾਪੋ ਨੇ ਫ਼ੋਨ ਲਗਾਇਆ ਸੀ, ਉਹਨੇ ਨੰਬਰ ਕੱਟ ਦਿੰਦਾ ਸੀ, ਅਤੇ ਮੇਰੇ ਅਚਾਨਕ ਫ਼ੋਨ ਦੇ ਵਿੱਚ ਨੰਬਰ ਸੀਗਾ, ਮੈਂ ਸੇਵ ਕੀਤਾ ਹੋਇਆ ਸੀ। ਮੈਂ ਕਦੀ ਫ਼ੋਨ ਨਹੀਂ ਸੀ ਕੀਤਾ, ਪਰ ਮਾਲਕਾਂ ਨੂੰ ਮੇਰੇ ਇੱਦਾਂ ਹੀ ਕੋਈ ਰਿਸ਼ਤੇਦਾਰ ਸੀਗੇ ਟ੍ਰੈਂਟੋ ਦੇ ਵਿੱਚ, ਉਹਨਾਂ ਨੂੰ ਮੈਂ ਫ਼ੋਨ ਕੀਤਾ। ਮੈਂ ਕਿਹਾ ਆਹ ਨੰਬਰ ਆ ਮਾਲਕਾਂ ਦਾ, ਇਹਨਾਂ ਨੂੰ ਫ਼ੋਨ ਕਰਕੇ ਪੁੱਛੋ ਮੇਰੇ ਪੇਪਰ ਭਰੇ ਜਾਂ ਨਹੀਂ ਭਰੇ। ਅਤੇ ਉਹਨਾਂ ਨੇ ਜਦੋਂ ਫ਼ੋਨ ਕੀਤਾ ਮਾਲਕਾਂ ਨੂੰ, ਅਤੇ ਉਹ ਕਹਿੰਦੇ ਤੁਹਾਡਾ ਬੰਦਾ ਤਾਂ ਕਹਿੰਦਾ ਅਸੀਂ ਪੇਪਰ ਭਰਾਉਣੇ ਨਹੀਂ ਹੈਗੇ। ਉਹਨੇ ਜਾਣੀ ਮੈਨੂੰ ਇੱਦਾਂ ਲਾਰੇ ਦੇ ਵਿੱਚ ਰੱਖਿਆ, ਮੈਨੂੰ ਇੱਦਾਂ ਰੱਖਣਾ ਚਾਹੁੰਦਾ ਸੀ ਨਾਲ ਉਹ। ਅਤੇ ਉਸੇ ਟਾਈਮ ਜਦੋਂ ਮਾਲਕ ਨੂੰ ਸੱਦਿਆ, ਉਹ ਆਇਆ, ਅਤੇ ਮਾਲਕ ਕਹਿੰਦਾ ਚਲੋ ਹੁਣ ਪੇਪਰ ਭਰ ਦਿੰਦੇ ਹਾਂ। ਉਹ ਜਿਹੜਾ ਨਾਲ ਦਾ ਕਾਪੋ ਸੀ ਉਹ ਕਹਿੰਦਾ ਵੀ ਨਹੀਂ, ਇਹਦੇ ਪੇਪਰ ਨਹੀਂ ਭਰਨੇ, ਜਾਂ ਤਾਂ ਕੰਮ 'ਤੇ ਇਹਨੂੰ ਰੱਖ ਲਓ ਅਤੇ ਜਾਂ ਮੈਨੂੰ ਰੱਖ ਲਓ, ਫਿਰ ਇੱਦਾਂ ਕਰ ਲਓ। ਅਤੇ ਫਿਰ ਮਾਲਕਾਂ ਨੇ ਜਿੱਦਾਂ ਉਹ ਕੰਮ ਛੱਡ ਕੇ, ਤਾਂ ਕਹਿੰਦਾ ਮੈਂ ਕੰਮ ਛੱਡ ਕੇ ਚੱਲਾਂ, ਨਹੀਂ ਤਾਂ ਇਹਨੂੰ ਰੱਖ ਲਓ ਜਾਂ ਮੈਨੂੰ ਰੱਖ ਲਓ। ਅਤੇ ਫਿਰ ਉਹ ਪੁਰਾਣਾ ਹੋਣ ਦੇ ਕਰਕੇ ਮਾਲਕ ਮੈਨੂੰ ਕਹਿੰਦਾ ਤੂੰ ਚਲੇ ਜਾ। ਉਹਨੇ ਮੇਰਾ ਸਾਰਾ ਜਿਹੜਾ ਹਿਸਾਬ ਕਿਤਾਬ ਕੀਤਾ, ਅਤੇ ਮੈਂ ਤਰੈਂਤੋ ਆ ਗਿਆ। ਅਤੇ ਤਰੈਂਤੋ ਆ ਕੇ ਆਉਂਦੇ, ਅਤੇ ਮੇਰੇ ਦੂਸਰੇ ਦਿਨ ਸਵੇਰ ਨੂੰ ਜਿੱਦਾਂ ਰਿਸ਼ਤੇਦਾਰਾਂ ਨੇ ਜਲਦੀ ਦੇ ਨਾਲ ਕੋਈ ਮਾਲਕ ਲੱਗ ਪਏ, ਅਤੇ ਮੇਰੇ ਪੇਪਰ ਭਰ ਦਿੱਤੇ। ਅਤੇ ਜਦੋਂ ਪੇਪਰ ਭਰੇ, ਅਤੇ ਕੋਈ ਜਿੱਥੇ ਪੇਪਰ ਭਰਨੇ ਸੀਗੇ ਕੋਈ ਆਫਿਸ ਖੁੱਲ੍ਹਾ ਨਹੀਂ ਸੀਗਾ, ਸਾਰੇ ਤਕਰੀਬਨ ਬੰਦ ਹੋ ਚੁੱਕੇ ਸੀ, ਕਿਉਂਕਿ ਲਾਸਟ ਡੇਟ ਸੀ, ਛੁੱਟੀਆਂ ਚੱਲ ਰਹੀਆਂ ਸੀ। ਅਤੇ ਪੇਪਰ ਇੱਦਾਂ ਹੀ ਔਨਲਾਈਨ ਨਾ ਯੂਟਿਊਬ 'ਤੇ ਦੇਖ ਕੇ, ਮੁੰਡੇ ਨੇ ਉੱਥੇ ਯੂਟਿਊਬ 'ਤੇ ਦੇਖ ਕੇ ਜਿੱਦਾਂ ਕਿੱਦਾਂ ਭਰਨੇ, ਆਪੇ ਘਰੇ ਭਰੇ ਸੀਗੇ ਪੇਪਰ। ਜਿੱਦਾਂ ਕੋਈ ਆਸ ਨਹੀਂ ਸੀਗੀ ਵੀ ਪੇਪਰ ਨਿਕਲ ਆਉਣਗੇ ਜਾਂ ਨਹੀਂ, ਹੈ ਨਾ। ਅਤੇ ਪੋਸਟ ਦੇ ਵਿੱਚ, ਪੋਸਟ ਤਾਂ ਖੁੱਲ੍ਹਾ ਸੀ, ਪੋਸਟ ਦੇ ਵਿੱਚ ਫੀਸ ਜਿਹੜੀ 500 ਜਮ੍ਹਾਂ ਕਰਾਉਣੀ ਸੀ ਉਹ ਕਰਵਾਤੀ ਸੀ, ਯਾਨੀ ਪੇਪਰ ਘਰੇ ਬੈਠ ਕੇ ਭਰੇ ਸੀਗੇ।
ਤੇ ਮੈਨੂੰ ਕੋਈ ਆਸ ਨਹੀਂ ਸੀਗੀ ਵੀ ਪੇਪਰ ਨਿਕਲੋਗੇ ਜਾਂ ਨਹੀਂ। ਫਿਰ ਮੈਂ ਮੇਰਾ ਬ੍ਰਦਰ ਮਨੀਸ਼ ਤੇ ਪ੍ਰਿੰਸ ਇੱਥੇ ਵਚੈਂਸੇ ਰਹਿੰਦੇ ਸੀ, ਉੱਥੇ ਕੰਮ ਨਹੀਂ ਸੀ ਤਰੰਤੋ, ਤੇ ਮੈਂ ਇਹਨਾਂ ਕੋਲ ਆ ਗਿਆ, ਕਹਿੰਦੇ ਇੱਥੇ ਕੰਮ ਤੇ ਲਗਵਾ ਦਿੰਦੇ ਆ। ਜਦੋਂ ਇਹਨਾਂ ਕੋਲ ਆਇਆ ਤੇ ਇੱਦਾਂ ਹੀ ਕੰਮ ਤੇ ਲੱਗੇ ਤੇ ਫਿਰ ਕੁਝ ਸਮੇਂ ਤੋਂ ਜਦੋਂ ਇਹਨਾਂ ਦੇ ਨਾਲ ਮੈਂ ਇੱਥੇ ਚਰਚ ਦੇ ਵਿੱਚ ਆਉਣਾ ਸ਼ੁਰੂ ਕੀਤਾ। ਜਦੋਂ ਚਰਚ ਦੇ ਵਿੱਚ ਆਉਣ ਲੱਗੇ ਤੇ ਜਿੱਦਾਂ ਮੈਂ ਪਹਿਲਾਂ ਪੇਪਰਾਂ ਦੀ ਟੈਨਸ਼ਨ ਲੈਣਾ ਸੀਗਾ, ਨਿਕਲਣੇ ਜਾਂ ਨਹੀਂ ਨਿਕਲਣੇ ਪੇਪਰਾਂ ਦਾ, ਜਿੱਦਾਂ ਮੈਨੂੰ ਆਸ ਨਹੀਂ ਸੀ ਵੀ ਜਾਂ ਨਿਕਲੋਗੇ ਜਾਂ ਨਹੀਂ ਨਿਕਲੋਗੇ। ਤੇ ਇੱਦਾਂ ਇਹਨਾਂ ਦੇ ਨਾਲ ਚਰਚ ਆਉਣਾ ਸ਼ੁਰੂ ਕੀਤਾ, ਪ੍ਰਭੂ ਦੇ ਬਚਨ ਨੂੰ ਸੁਣਨਾ ਸ਼ੁਰੂ ਕੀਤਾ। ਤੇ ਜਿੱਦਾਂ ਪੇਪਰਾਂ ਦੀ ਜਿਹੜੀ ਟੈਨਸ਼ਨ ਸੀਗੀ ਉਹ ਇੱਕ ਪਾਸੇ ਜਿੱਦਾਂ ਸਾਈਡ ਤੇ ਹੋ ਗਈ। ਮੇਰਾ ਇੱਧਰ ਪ੍ਰਭੂ ਦੇ ਵਿੱਚ ਆਉਣ ਦੇ ਨਾਲ ਮੇਰਾ ਪ੍ਰਾਰਥਨਾ ਦੇ ਵਿੱਚ ਦਿਲ ਲੱਗਣ ਲੱਗ ਪਿਆ। ਪ੍ਰਭੂ ਦੇ ਮੈਂ ਦੇਖਣਾ ਵਰਸ਼ਿਪ ਕਰਦੇ, ਮੇਰਾ ਮਨ ਜਿੱਦਾਂ ਨਾ ਇੱਧਰ ਸ਼ਾਂਤ ਹੋਣ ਲੱਗ ਪਿਆ ਪ੍ਰਭੂ ਦੇ ਕੰਮਾਂ ਦੇ ਵਿੱਚ। ਤੇ ਮੈਂ ਵੀ ਇੱਦਾਂ ਪ੍ਰਭੂ ਦੇ ਕੰਮਾਂ ਨੂੰ ਨਾ ਪਾਲਣਾ ਸ਼ੁਰੂ ਕੀਤਾ। ਜਿੱਦਾਂ ਪ੍ਰਭੂ ਦੇ ਬਚਨ 'ਚ ਲਿਖਿਆ, ਉਹਦੇ ਰਾਜ ਤੇ ਧਰਮ ਨੂੰ ਭਾਲੋ, ਧਰਤੀ ਦੀਆਂ ਸਾਰੀਆਂ ਬਰਕਤਾਂ ਤੁਹਾਨੂੰ ਪਿੱਛੇ ਪੈ ਕੇ ਮਿਲਣਗੀਆਂ। ਹਾਲੇਲੂਇਆ, ਹਾਲੇਲੂਇਆ। ਤੇ ਹਾਲੇਲੂਇਆ। ਮੈਂ ਪ੍ਰਭੂ ਦੇ ਕੰਮਾਂ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ। ਪੇਪਰਾਂ ਦੀ ਮੇਰੇ ਬਿਲਕੁਲ ਦਿਮਾਗ 'ਚੋਂ ਗੱਲ ਨਿਕਲ ਚੁੱਕੀ ਸੀ, ਨਿਕਲਣੇ ਜਾਂ ਨਹੀਂ। ਮੈਂ ਪੇਪਰਾਂ ਦੀ ਬਿਲਕੁਲ ਟੈਨਸ਼ਨ ਲੈਣੀ ਛੱਡਤੀ ਸੀ। ਤੇ ਇੱਕ ਦਿਨ ਅਚਾਨਕ ਮੈਨੂੰ ਇੱਦਾਂ ਫੋਨ ਆ ਗਿਆ ਵੀ ਤਰੰਤੋ ਤੋਂ ਵੀ ਤੇਰੇ ਜਿਹੜੇ ਪੇਪਰ ਆ ਉਹ ਨਿਕਲ ਚੁੱਕੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜ਼ੋਰਦਾਰ ਤਾੜੀ ਮਾਰੀਏ ਪਰਮੇਸ਼ਵਰ ਲਈ। ਹਾਲੇਲੂਇਆ, ਹਾਲੇਲੂਇਆ। ਤੇ ਜਦੋਂ ਪੇਪਰ ਨਿਕਲ ਆਏ ਤੇ ਮੈਂ ਉੱਥੇ ਗਿਆ ਪੇਪਰਾਂ ਦੇ, ਜਦੋਂ ਕਿੱਟ ਜਮ੍ਹਾਂ ਹੋਣੀ ਸੀਗੀ ਸਾਡੀ ਉੱਥੇ। ਤੇ ਤੁਹਾਨੂੰ ਪਤਾ ਜਦੋਂ ਪ੍ਰਭੂ ਦੇ ਕੰਮ ਹੁੰਦੇ ਤੇ ਸ਼ੈਤਾਨ ਵੀ ਜ਼ੋਰ ਮਾਰਦਾ ਹੈ ਵੀ ਇਹਦੇ ਕੰਮਾਂ ਨੂੰ ਰੋਕੀਏ। ਹਾਲੇਲੂਇਆ, ਹਾਲੇਲੂਇਆ। ਤੇ ਪ੍ਰਭੂ ਸਾਨੂੰ ਵਿਸ਼ਵਾਸ ਵਿੱਚ ਵਧਾਉਣਾ ਚਾਹੁੰਦਾ ਤੇ ਸ਼ੈਤਾਨ ਸਾਨੂੰ ਵਿਸ਼ਵਾਸ ਵਿੱਚ ਸੁੱਟਣਾ ਚਾਹੁੰਦਾ। ਹਾਲੇਲੂਇਆ। ਤੇ ਜਦੋਂ ਪੇਪਰਾਂ ਦੀ ਕਿੱਟ ਜਮ੍ਹਾਂ ਹੋਣ ਦੀ ਤਰੀਕ ਆ ਗਈ ਤੇ ਜਿਸ ਦਿਨ ਜਾਣਾ ਸੀ ਤੇ ਸ਼ਾਮ 5 ਵਜੇ ਦਾ ਟਾਈਮ ਸੀਗਾ, ਉੱਥੇ ਕਿੱਟ ਜਮ੍ਹਾਂ ਹੋਣੀ ਸੀ। ਤੇ ਮੈਂ ਸਵੇਰੇ ਚਲ ਗਿਆ ਸੀ। ਜਦੋਂ ਸਵੇਰੇ ਉੱਥੇ ਤਰੰਤੋ ਰਿਸ਼ਤੇਦਾਰ ਘਰੇ ਬੈਠੇ ਆ ਤੇ ਉੱਥੇ ਜਿੱਥੇ ਕਿੱਟ ਜਮ੍ਹਾਂ ਹੋਣੀ ਸੀ, ਉਸ ਬੰਦੇ ਦਾ ਜਿਹੜਾ ਮੂਹਰੇ ਅਫਸਰ ਸੀਗਾ ਜਿਹਦੇ ਕੋਲ ਫਾਈਲ ਸੀਗੀ ਮੇਰੇ, ਉਹਦਾ ਫੋਨ ਆ ਗਿਆ, ਕਹਿੰਦਾ ਤੁਹਾਡੀ ਅੱਜ ਕਿੱਟ ਜਮ੍ਹਾਂ ਨਹੀਂ ਹੋ ਸਕਦੀ ਵੀ ਮੈਂ ਤੁਹਾਡੀ ਕੈਂਸਲ ਕਰ ਦਿੰਦਾ, ਫਿਰ ਤੁਸੀਂ ਫੇਰ ਕਦੇ ਲੈ ਲਿਓ। ਤੇ ਮੈਨੂੰ ਟੈਨਸ਼ਨ ਜੀ ਪੈ ਗਈ, ਮਸੀਂ ਕੰਮ ਹੋਣ ਲੱਗਾ ਆ ਨਾ। ਤੇ ਮੈਂ ਇੱਕ ਗੱਲ ਸਮਝ ਗਈ ਵੀ ਹੁਣ ਪ੍ਰਭੂ ਦੇ ਕੰਮ ਹੋ ਰਿਹਾ, ਸ਼ੈਤਾਨ ਵੀ ਜ਼ੋਰ ਮਾਰ ਰਿਹਾ, ਇੱਥੇ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ। ਹਾਲੇਲੂਇਆ, ਹਾਲੇਲੂਇਆ। ਤੇ ਉਹ ਵੀ ਸਾਰੇ ਟੈਨਸ਼ਨ ਦੇ ਵਿੱਚ ਪੈ ਕੇ ਲੈ ਲਓ, ਹੁਣ ਇਹਨੇ ਇੱਦਾਂ ਕਰਦਾ, ਫੇਰ ਪਤਾ ਨਹੀਂ ਕਦੋਂ ਦੀ ਅਪਾਇੰਟਮੈਂਟ ਮਿਲਣੀ, ਕਦੋਂ ਦੀ ਨਹੀਂ। ਤੇ ਮੈਂ ਪ੍ਰਭੂ ਦੇ ਦਾਸਾਂ ਨੂੰ ਫੋਨ ਲਗਾਇਆ ਉਸ ਟਾਈਮ, ਇਹਨਾਂ ਨੂੰ ਦੱਸਿਆ ਵੀ ਇੱਦਾਂ ਉਹ ਕੈਂਸਲ ਕਰ ਰਿਹਾ ਆ। ਪ੍ਰਭੂ ਦਾਸ ਗੱਡੀ ਵਿੱਚ ਜਾ ਰਹੇ ਸੀ ਤੇ ਇਹਨਾਂ ਨੇ ਗੱਡੀ ਦੇ ਵਿੱਚ ਜਾਂਦੇ ਪ੍ਰੇਅਰ ਕੀਤੀ। ਹਾਲੇਲੂਇਆ। ਤੇ ਇਹਨਾਂ ਨੇ ਕਿਹਾ ਪ੍ਰਭੂ ਚੰਗਾ ਕਰੂਗਾ। ਹਾਲੇਲੂਇਆ। ਤੇ ਜਦੋਂ ਗੱਡੀ ਦੇ ਵਿੱਚ ਜਾਂਦੇ ਪ੍ਰੇਅਰ ਕੀਤੀ ਤੇ ਮੈਂ ਵਿਸ਼ਵਾਸ ਕੀਤਾ ਤੇ ਅਸੀਂ ਵੀ ਫਿਰ ਉੱਥੇ ਪ੍ਰੇਅਰ ਦੇ ਵਿੱਚ ਮੈਂ ਘਰੇ ਫੋਨ ਲਗਾਇਆ ਮੰਮੀ ਨੂੰ ਵੀ ਤੇ ਆਪ ਵੀ ਖੁਦ ਵੀ ਪ੍ਰੇਅਰ ਦੇ ਵਿੱਚ ਚਲੇ ਗਏ। ਹਾਲੇਲੂਇਆ। ਪ੍ਰੇਅਰ ਕੀਤੀ ਤੇ ਜਿਹੜਾ ਬੰਦਾ ਕਹਿ ਰਿਹਾ ਕਿ ਅੱਜ ਦੀ ਤੁਹਾਡੀ ਅਪਾਇੰਟਮੈਂਟ ਜਿਹੜੀ ਹੈ ਮੈਂ ਕੈਂਸਲ ਕਰਦਾ, ਉਸ ਦਾ ਫੋਨ ਹੈਗਾ, ਕਹਿੰਦਾ ਤੁਸੀਂ 5 ਵਜੇ ਆ ਸਕਦੇ। ਹਾਲੇਲੂਇਆ, 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 ਹਾਲੇਲੂਇਆ। ਤੇ ਤੁਹਾਨੂੰ ਦੱਸਦਾ ਸ਼ੈਤਾਨ ਨੇ ਜ਼ੋਰ ਮਾਰਨਾ ਹੁੰਦਾ, ਉਹ ਹੁਣ ਸ਼ੈਤਾਨ ਟੈਕ ਨਹੀਂ ਸੀ ਰਿਹਾ ਵੀ ਇਹਨਾਂ ਦਾ ਕੰਮ ਹੋ ਰਿਹਾ, ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂ। ਤੇ ਜਦੋਂ ਜਾ ਰਹੇ ਸੀ ਘਰ ਤੋਂ ਤਰੰਤੋ ਦਾ ਰਸਤਾ ਸਿਰਫ 10 ਮਿੰਟ ਦਾ ਸੀਗਾ ਤੇ ਜਦੋਂ ਰਸਤੇ ਦੇ ਵਿੱਚ ਜਾ ਰਹੇ ਸੀ ਸਿਰਫ ਇੱਕੋ ਰਸਤਾ ਜਿੱਦਾਂ, ਤੇ ਬਾਕੀ ਘੁੰਮ ਕੇ ਬਹੁਤ ਦੂਰ ਦੀ ਜਾਣਾ ਪੈਂਦਾ ਆ, ਉਸ ਤੋਂ ਤਕਰੀਬਨ ਘੰਟਾ ਲੱਗ ਜਾਂਦਾ ਆ। ਹਾਲੇਲੂਇਆ। ਤੇ ਜਦੋਂ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਜਿਹੜਾ ਮੇਨ ਰਸਤਾ ਸੀ ਸਿੱਧਾ 10 ਮਿੰਟ ਦਾ ਰਸਤਾ ਸੀਗਾ, ਉਸ ਦੇ ਵਿੱਚ ਐਕਸੀਡੈਂਟ ਹੋਇਆ। ਉਹ ਪੂਰੇ ਦਾ ਪੂਰਾ ਰਸਤਾ ਬਲੌਕ ਕਰ ਦਿੱਤਾ ਸੀ, ਉਸ ਦੇ ਵਿੱਚ ਕਿਸੇ ਨੂੰ ਲੰਘਣ ਨਹੀਂ ਦੇ ਰਿਹਾ ਸੀ। ਤੇ ਸਾਡਾ ਉੱਧਰੋਂ ਟਾਈਮ ਵੀ ਹੋ ਰਿਹਾ ਸੀ 5 ਵਜੇ ਦਾ। ਤੇ ਜਦੋਂ ਜਾ ਰਹੇ ਸੀ ਤੇ ਸਾਨੂੰ ਘੁੰਮ ਕੇ ਜਾਣਾ ਪੈਣਾ ਸੀ। ਅਸੀਂ ਫੋਨ ਲਗਾਇਆ ਵੀ ਅਸੀਂ ਲੇਟ ਹੋ ਜਾਣਾ ਆਫਿਸ 'ਤੇ, ਵੀ ਅਸੀਂ ਲੇਟ ਹੋ ਸਕਦੇ ਹਾਂ, ਵੀ ਤੁਸੀਂ ਨਾ ਸਾਡਾ ਮੂਹਰੇ ਟ੍ਰੈਫਿਕ ਹੈ ਜ਼ਿਆਦਾ। ਉਹ ਕਹਿੰਦਾ ਵੀ ਜਿਹੜਾ ਇਨਸਾਨ ਕਹਿ ਰਿਹਾ ਵੀ ਤੁਹਾਡੀ ਅਪਾਇੰਟਮੈਂਟ ਕੈਂਸਲ ਕਰਦਾ, ਉਹ ਕਹਿੰਦਾ ਮੈਂ ਤੁਹਾਡਾ ਸ਼ਾਮ ਦੇ 6:30 ਵਜੇ ਤੱਕ ਵੇਟ ਕਰੂੰਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੇ ਜਦੋਂ ਅਸੀਂ ਘੰਟੇ ਬਾਅਦ ਉੱਥੇ ਪਹੁੰਚੇ ਹਾਂ ਤੇ ਉਸ ਬਿਲਡਿੰਗ ਦੇ ਵਿੱਚ ਕਾਫੀ ਜ਼ਿਆਦਾ ਵੱਡੀ ਬਿਲਡਿੰਗ ਸੀ ਉਸ ਆਫਿਸ ਦੇ ਵਿੱਚ, ਤੇ ਤਕਰੀਬਨ ਸਾਰੇ ਡਿਊਟੀ ਤੋਂ ਘਰਾਂ ਨੂੰ ਜਾ ਚੁੱਕੇ ਸੀ। ਉਹ ਸਿਰਫ ਇਕੱਲਾ ਹੀ ਬੰਦਾ ਸਾਡੀ ਵੇਟ ਕਰ ਰਿਹਾ ਸੀ। ਹਾਲੇਲੂਇਆ, ਹਾਲੇਲੂਇਆ। ਤੇ ਜਦੋਂ ਅਸੀਂ ਗਏ ਸਾਡਾ ਕਿੱਟ ਜਮ੍ਹਾਂ ਹੋਈ ਤੇ ਪ੍ਰਭੂ ਦਾ ਧੰਨਵਾਦ ਕਰਦਾ, ਸਾਰੀ ਮਹਿਮਾ ਜਲਾਲ ਪ੍ਰਭੂ ਦੀ। ਕਿੱਟ ਜਮ੍ਹਾਂ ਹੋ ਗਈ ਤੇ ਮੈਨੂੰ ਫਿੰਗਰਾਂ ਦੀ ਡੇਟ ਮਿਲ ਚੁੱਕੀ ਹੈ। ਨੈਕਸਟ ਮੰਥ ਮੇਰੇ ਫਿੰਗਰ ਆ। ਹਾਲੇਲੂਇਆ, ਹਾਲੇਲੂਇਆ। ਇਹ ਸਾਰੀ ਮਹਿਮਾ ਜਲਾਲ ਪ੍ਰਭੂ ਨੂੰ ਦਿੰਦਾ। ਹਾਲੇਲੂਇਆ।